ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਜਿਹੜੇ ਤਾਂ ਆਪਣੀ ਜ਼ਿੰਦਗੀ ਤੋਂ ਨਾਰਾਜ਼ ਹੋ ਕੇ ਬੈਠੇ ਨੇ, ਮਾਯੂਸ ਹੋ ਕੇ ਬੈਠੇ ਨੇ, ਜਿਨ੍ਹਾਂ ਨੇ ਜੋ ਕੁਝ ਚਾਹਿਆ ਸੀ ਉਹਨਾਂ ਨੂੰ ਨਹੀਂ ਮਿਲਿਆ ਜਾਂ ਜੋ ਕੁਝ ਚਾਹ ਰਹੇ ਨੇ ਉਹ ਨਹੀਂ ਮਿਲ ਰਿਹਾ, ਉਹਨਾਂ ਲਈ ਤਾਂ ਇਹ ਟੌਪਿਕ ਬਹੁਤ ਜ਼ਰੂਰੀ ਹੈ। ਸੋ ਉਹ ਸਾਰੇ ਲੋਕ ਇਸ ਟੌਪਿਕ ਨੂੰ ਜ਼ਰੂਰ ਸੁਣਨ। ਹਰ ਇਨਸਾਨ ਆਪਣੀ ਜ਼ਿੰਦਗੀ ਤੋਂ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ, ਪਰ ਅਫਸੋਸ ਇਹ ਹੈ ਕਿ ਉਸ ਨੂੰ ਪ੍ਰਾਪਤ ਕਰਨਾ ਨਹੀਂ ਆਉਂਦਾ। ਸੋ ਅੱਜ ਦਾ ਇਹ ਟੌਪਿਕ ਆਪਾਂ ਨੂੰ ਇਹੀ ਸਿਖਾਏਗਾ ਕਿ ਜ਼ਿੰਦਗੀ ਤੋਂ ਆਪਾਂ ਕਿੱਦਾਂ ਕੁਝ ਲੈਣਾ ਸਿੱਖ ਸਕਦੇ ਹਾਂ। ਸੋ ਟੌਪਿਕ ਦਾ ਨਾਮ ਵੀ ਇਹੋ ਹੈ ਕਿ ਜ਼ਿੰਦਗੀ ਤੋਂ ਬਹੁਤ ਕੁਝ ਲੈਣਾ ਸਿੱਖੋ। ਤੇ ਦੋਸਤੋ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਨਰਿੰਦਰ ਸਿੰਘ ਕਪੂਰ ਜੀ ਦੀਆਂ ਗੱਲਾਂ ਸਾਨੂੰ ਸਿਆਣਾ ਬਣਾਉਂਦੀਆਂ ਹਨ, ਪਰ ਸਵੇਟ ਮਾਡਰਨ ਤੇ ਨਾਲ 3-4 ਲੇਖਕ ਹੋਰ ਵੀ ਇਵੇਂ ਦੇ ਨੇ ਜਿਹੜੇ ਸਾਨੂੰ ਇਹ ਦੱਸਦੇ ਹਨ ਕਿ ਅਸੀਂ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ, ਕਿਉਂਕਿ ਉਹਨਾਂ ਨੇ ਆਪਣੀਆਂ ਕਿਤਾਬਾਂ ਰਾਹੀਂ ਸਾਨੂੰ ਦੱਸਿਆ ਹੈ ਕਿ ਜ਼ਿੰਦਗੀ ਕਿਵੇਂ ਜੀਵੀ ਜਾ ਸਕਦੀ ਹੈ, ਜ਼ਿੰਦਗੀ ਨੂੰ ਕਿਵੇਂ ਜਿਉਣਾ ਚਾਹੀਦਾ ਹੈ। ਸੋ ਇਸੇ ਲਈ ਆਪਾਂ ਅੱਜ ਲੇਖਕ ਸਵੇਟ ਮਾਡਰਨ ਦੀ ਕਿਤਾਬ ਨਿਰਾਸ਼ਾ ਤੋਂ ਬਚੋ ਵਿੱਚੋਂ ਇਹ ਟੌਪਿਕ ਲਿਆ ਹੈ, ਜੋ ਕਿ ਸਾਨੂੰ ਦੱਸਦਾ ਹੈ ਕਿ ਅਸੀਂ ਜ਼ਿੰਦਗੀ ਤੋਂ ਕਿਵੇਂ ਕੁਝ ਪ੍ਰਾਪਤ ਕਰ ਸਕਦੇ ਹਾਂ। ਸੋ ਦੋਸਤੋ, ਬਹੁਤ ਸੋਹਣਾ ਟੌਪਿਕ ਹੈ ਤੇ ਬਹੁਤ ਸੋਹਣੀਆਂ ਗੱਲਾਂ ਕਹੀਆਂ ਗਈਆਂ ਨੇ। ਸੋ ਟੌਪਿਕ ਛੋਟਾ ਵੀ ਹੈ, ਸੋ ਇਸ ਲਈ ਵੀਡੀਓ ਨੂੰ ਸਾਰਾ ਜ਼ਰੂਰ ਦੇਖਣਾ। ਤਾਂ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਜੇ ਅਸੀਂ ਇਹ ਠਾਣ ਲਈਏ ਕਿ ਆਪਣੀ ਜ਼ਿੰਦਗੀ ਤੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੈਣਾ ਹੈ, ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਲੈ ਕੇ ਹੀ ਰਹਾਂਗੇ। ਇਸ ਪ੍ਰਕਾਰ ਦਾ ਦ੍ਰਿੜ ਨਿਸ਼ਚਾ ਫਲਦਾਇਕ ਨਾ ਹੋਵੇ, ਇਹ ਅਸੰਭਵ ਹੈ। ਹੁਣ ਪ੍ਰਸ਼ਨ ਇਹ ਹੈ ਕਿ ਜ਼ਿੰਦਗੀ ਤੋਂ ਲੈਣ ਦਾ ਮਤਲਬ ਕੀ ਹੈ? ਜ਼ਿੰਦਗੀ ਕੀ ਦਿੰਦੀ ਹੈ, ਕਿਸ ਨੂੰ ਦਿੰਦੀ ਹੈ ਅਤੇ ਕਿੰਨਾਂ ਹਾਲਤਾਂ ਵਿੱਚ ਦਿੰਦੀ ਹੈ? ਜੋ ਕੁਝ ਵੀ ਅਸੀਂ ਹਾਸਿਲ ਕਰਨਾ ਚਾਹੁੰਦੇ ਹਾਂ ਉਹੀ ਮਿਲ ਜਾਵੇ ਤਾਂ ਕੀ ਉਹ ਜ਼ਿੰਦਗੀ ਤੋਂ ਲੈਣਾ ਕਹਾਵੇਗਾ? ਮੰਨ ਲਵੋ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਮਕਾਨ ਬਣਾਉਣ ਵਿੱਚ ਸਫਲ ਹੋ ਜਾਂਦਾ, ਤਾਂ ਕਿ ਇਹ ਜ਼ਿੰਦਗੀ ਤੋਂ ਲੈਣਾ ਕਿਹਾ ਜਾ ਸਕਦਾ ਹੈ? ਹੋ ਸਕਦਾ ਹੈ ਉਸ ਵਿਅਕਤੀ ਦੇ ਲਈ ਅਜਿਹਾ ਹੀ ਹੋਵੇ, ਪਰੰਤੂ ਅਸੀਂ ਇਸ ਨੂੰ ਜ਼ਿੰਦਗੀ ਦੀ ਕੋਈ ਪ੍ਰਾਪਤੀ ਨਹੀਂ ਮੰਨ ਸਕਦੇ। ਤਾਂ ਫਿਰ ਉਹ ਕਿਹੜੀਆਂ ਪ੍ਰਾਪਤੀਆਂ ਹਨ? ਲੱਖਪਤੀ ਬਣ ਜਾਣਾ? ਨਹੀਂ। ਕਰੋੜਪਤੀ ਬਣ ਜਾਣਾ? ਨਹੀਂ, ਇਹ ਵੀ ਨਹੀਂ। ਇਹ ਸਭ ਘਟੀਆ ਕਿਸਮ ਦੀਆਂ ਪ੍ਰਾਪਤੀਆਂ ਹਨ। ਜ਼ਿੰਦਗੀ ਵਿੱਚ ਅਸਲੀ ਪ੍ਰਾਪਤੀ ਹੈ ਕਿਸੇ ਮਹਾਨ ਉਦੇਸ਼ ਨੂੰ ਪਾ ਲੈਣਾ। ਦੋਸਤੋ, ਮੈਂ ਫਿਰ ਰਿਪੀਟ ਕਰਦਾ ਹਾਂ ਕਿ ਜ਼ਿੰਦਗੀ ਵਿੱਚ ਅਸਲੀ ਪ੍ਰਾਪਤੀ ਹੈ ਕਿਸੇ ਮਹਾਨ ਉਦੇਸ਼ ਨੂੰ ਪਾ ਲੈਣਾ। ਕਿਸੇ ਵੀ ਮਹਾਨ ਆਦਰਸ਼ ਨੂੰ ਉਦੇਸ਼ ਬਣਾ ਕੇ ਤੁਸੀਂ ਇਸ ਤੱਕ ਪਹੁੰਚਣ ਲਈ ਚੱਲ ਪਵੋ। ਚੱਲ ਪੈਣ ਦਾ ਅਰਥ ਇਹ ਹੈ ਕਿ ਹਰ ਸਮੇਂ ਤੁਹਾਡੇ ਦਿਮਾਗ ਵਿੱਚ ਇਸੇ ਉਦੇਸ਼ ਦਾ ਧਿਆਨ ਰਹੇ। ਚਾਹੇ ਤੁਸੀਂ ਕੁਝ ਵੀ ਕਰ ਰਹੇ ਹੋ, ਖਾਂਦੇ ਪੀਂਦੇ, ਉੱਠਦੇ ਬੈਠਦੇ, ਸੌਂਦੇ ਜਾਗਦੇ, ਹਰ ਸਮੇਂ ਤੁਹਾਡੀ ਹਰ ਹਰਕਤ ਤੋਂ ਇਹੀ ਪ੍ਰਗਟ ਹੋਵੇ ਕਿ ਤੁਸੀਂ ਫਲਾਣੇ ਉਦੇਸ਼ ਦੀ ਤਰਫ ਵਧ ਰਹੇ ਹੋ। ਇਸ ਦੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਕਦੇ ਵੀ ਆਪਣੀ ਕਿਸੇ ਛੋਟੀ ਵੱਡੀ ਪ੍ਰਾਪਤੀ ਨੂੰ ਲੈ ਕੇ ਸੰਤੁਸ਼ਟ ਹੋ ਕੇ ਨਾ ਬੈਠ ਜਾਵੋ। ਸਬਰ ਤਾਂ ਮੌਤ ਦਾ ਦੂਜਾ ਨਾਂ ਹੁੰਦਾ ਹੈ। ਸਬਰ ਨਿਰਾਸ਼ਾ ਤੋਂ ਪੈਦਾ ਹੁੰਦਾ ਹੈ। ਨਿਰਾਸ਼ਾ ਵਿਹਲੇ ਬੈਠਣ ਨਾਲ ਉਪਜਦੀ ਹੈ ਅਤੇ ਕੰਮ ਨਾ ਕਰਨ ਵਾਲਾ ਵਿਅਕਤੀ ਕਿਸੇ ਵੀ ਮਹਾਨ ਆਦਰਸ਼ ਦੇ ਯੋਗ ਨਹੀਂ ਹੁੰਦਾ। ਆਪਣੀਆਂ ਉਮੀਦਾਂ ਦੀ ਝੋਲੀ ਹਮੇਸ਼ਾ ਹੀ ਇੰਨੀ ਫੈਲਾਈ ਰੱਖੋ ਕਿ ਉਹ ਕਦੇ ਵੀ ਪੂਰੀ ਤਰ੍ਹਾਂ ਭਰ ਨਾ ਪਾਉਣ, ਤਾਂ ਕਿ ਤੁਸੀਂ ਸੰਤੁਸ਼ਟ ਹੋ ਕੇ ਨਿਠੱਲੇ ਨਾ ਹੋ ਜਾਵੋ। ਸੰਸਾਰ ਵਿੱਚ ਅੱਜ ਤੱਕ ਜਿੰਨੀ ਵੀ ਉન્નਤੀ ਹੋਈ ਹੈ ਅਤੇ ਗਿਆਨ ਵਿਗਿਆਨ ਦੀਆਂ ਜਿੰਨੀਆਂ ਵੀ ਨਵੀਆਂ ਅਤੇ ਵੱਡੀਆਂ ਖੋਜਾਂ ਹੋਈਆਂ ਹਨ, ਉਹਨਾਂ ਸਭਨਾਂ ਦੇ ਪਿੱਛੇ ਸਭ ਤੋਂ ਵੱਡਾ ਰਹੱਸ ਇਹੀ ਰਿਹਾ ਹੈ ਕਿ ਬੁੱਧੀਮਾਨਾਂ ਅਤੇ ਵਿਗਿਆਨਕਾਂ ਨੇ ਕਦੇ ਸੰਤੋਸ਼ ਦਾ ਸਾਹ ਨਹੀਂ ਲਿਆ ਅਤੇ ਜ਼ਿੰਦਗੀ ਦੇ ਆਖਰੀ ਪਲ ਤੱਕ ਅਸੰਤੁਸ਼ਟੀ ਦੀ ਅੱਗ ਲਈ ਅੱਗੇ ਹੀ ਅੱਗੇ ਲਪਕਦੇ ਚਲੇ ਗਏ। ਚੱਲਦੇ ਰਹੋ ਕਹਿ ਕੇ ਵੈਦਿਕ ਰਿਸ਼ੀਆਂ ਨੇ ਵੀ ਇੱਕ ਤਰ੍ਹਾਂ ਨਾਲ ਇਸੇ ਅਸੰਤੋਸ਼ ਨੂੰ ਲੈ ਕੇ ਪ੍ਰਗਤੀ ਪਥ ਤੇ ਵਧਣ ਦਾ ਉਪਦੇਸ਼ ਦਿੱਤਾ ਹੈ। ਜੋ ਵਿਅਕਤੀ ਥੋੜੇ ਨਾਲ ਸੰਤੁਸ਼ਟ ਹੋ ਜਾਂਦਾ ਹੈ, ਉਸ ਨੂੰ ਕਦੇ ਵੀ ਜ਼ਿਆਦਾ ਨਹੀਂ ਮਿਲ ਸਕਦਾ ਅਤੇ ਅਜਿਹਾ ਵਿਅਕਤੀ ਜ਼ਿੰਦਗੀ ਵਿੱਚ ਕੋਈ ਵੱਡਾ ਕੰਮ ਵੀ ਨਹੀਂ ਕਰ ਸਕਦਾ। ਦੋਸਤੋ, ਗੱਲ ਨੋਟ ਕਰਨ ਵਾਲੀ ਹੈ ਕਿ ਜੋ ਵਿਅਕਤੀ ਥੋੜੇ ਨਾਲ ਸੰਤੁਸ਼ਟ ਹੋ ਜਾਂਦਾ ਹੈ, ਉਸ ਨੂੰ ਕਦੇ ਵੀ ਜ਼ਿਆਦਾ ਨਹੀਂ ਮਿਲ ਸਕਦਾ ਅਤੇ ਅਜਿਹਾ ਵਿਅਕਤੀ ਜ਼ਿੰਦਗੀ ਵਿੱਚ ਕੋਈ ਵੀ ਵੱਡਾ ਕੰਮ ਨਹੀਂ ਕਰ ਸਕਦਾ। ਜਿੰਨਾ ਵੱਡਾ ਕੰਮ ਕਰਨ ਦਾ ਤੁਹਾਡਾ ਨਿਸ਼ਾਨਾ ਹੋਵੇਗਾ, ਓਨਾ ਹੀ ਵੱਡਾ ਅਸੰਤੋਸ਼ ਤੁਹਾਡੇ ਵਿੱਚ ਹਰ ਸਮੇਂ ਰਹਿਣਾ ਚਾਹੀਦਾ ਹੈ। ਤਾਂ ਹੀ ਤੁਸੀਂ ਉਸ ਨੂੰ ਪ੍ਰਾਪਤ ਕਰਨ ਦੇ ਲਈ ਉਸੇ ਅਨੁਪਾਤ ਵਿੱਚ ਯਤਨ ਕਰਦੇ ਰਹੋਗੇ। ਕੁਝ ਵਿਚਾਰਕਾਂ ਨੇ ਕਈ ਗੱਲਾਂ ਗਲਤ ਸੋਚ ਕੇ ਅਨੇਕ ਪ੍ਰਕਾਰ ਦੇ ਭਰਮ ਸਾਡੇ ਸਮਾਜ ਵਿੱਚ ਫੈਲਾ ਰੱਖੇ ਨੇ। ਉਦਾਹਰਨ ਦੇ ਤੌਰ ਤੇ ਇਹ ਕਿ ਮਹਾਨਤਾ ਜਨਮਜਾਤ ਹੁੰਦੀ ਹੈ, ਵਿਕਸਿਤ ਨਹੀਂ ਕੀਤੀ ਜਾ ਸਕਦੀ। ਇਸੇ ਭਰਮ ਦੇ ਸ਼ਿਕਾਰ ਹੋ ਕੇ ਸਾਡੇ ਬਹੁਤ ਸਾਰੇ ਨੌਜਵਾਨ ਅਤੇ ਮੁਟਿਆਰਾਂ ਖੁਦ ਨੂੰ ਹੀਣ ਸਮਝਣ ਲੱਗਦੇ ਹਨ
ਨਤੀਜੇ ਵਜੋਂ ਉਹ ਮਹਾਨ ਆਦਰਸ਼ ਦੇ ਲਈ ਆਪਣੇ ਆਪ ਨੂੰ ਅਯੋਗ ਸਮਝ ਕੇ ਛੋਟੇ-ਮੋਟੇ ਉਦੇਸ਼ਾਂ ਵਿੱਚ ਹੀ ਅਟਕ ਕੇ ਰਹਿ ਜਾਂਦੇ ਹਨ। ਮਹਾਨਤਾ ਨਾ ਤਾਂ ਜਨਮਜਾਤ ਹੁੰਦੀ ਹੈ, ਨਾ ਹੀ ਕਿਸੇ ਦੀ ਬਪੌਤੀ ਹੈ। ਸੱਚਾਈ ਤਾਂ ਇਹ ਹੈ ਕਿ ਮਨੁੱਖ ਦਾ ਕੋਈ ਵੀ ਗੁਣ ਅਜਿਹਾ ਨਹੀਂ ਜਿਸ ਨੂੰ ਹਰ ਮਨੁੱਖ ਆਪਣੇ ਵਿੱਚ ਪੈਦਾ ਨਾ ਕਰ ਸਕੇ ਜਾਂ ਵਿਕਸਿਤ ਨਾ ਕਰ ਸਕੇ। ਰਹੀ ਗੱਲ ਉਸ ਕੋਟੀ ਦੀ ਮਹਾਨਤਾ ਦੀ ਜਿਸ ਨੂੰ ਅੰਗਰੇਜ਼ੀ ਵਿੱਚ ਜੀਨੀਅਸ ਕਹਿੰਦੇ ਹਨ, ਸੋ ਅਜਿਹੇ ਲੋਕ ਵਾਕਈ ਘੱਟ ਹਨ ਜਾਂ ਸ਼ਾਇਦ ਹੁੰਦੇ ਹੀ ਨਹੀਂ, ਬਲਕਿ ਉਹ ਆਪਣੀਆਂ ਤਿੜਕਮਾਂ ਅਤੇ ਚਲਾਕੀਆਂ ਦੇ ਬਲ 'ਤੇ ਅਜਿਹਾ ਕਹਾ ਕੇ ਪ੍ਰਚਾਰਿਤ ਹੁੰਦੇ ਹਨ। ਜਾਂ ਫਿਰ ਇਹ ਹੁੰਦਾ ਹੈ ਕਿ ਕੁਝ ਲੋਕ ਆਪਣੇ ਨਿਹਤ ਸਵਾਰਥਾਂ ਦੇ ਲਈ ਕਿਸੇ ਵਿਅਕਤੀ ਨੂੰ ਜੀਨੀਅਸ ਕਹਿ ਕੇ ਪ੍ਰਚਾਰਿਤ ਕਰ ਦਿੰਦੇ ਹਨ। ਇਸ ਪ੍ਰਕਾਰ ਦਾ ਪ੍ਰਚਾਰ ਆਮ ਤੌਰ 'ਤੇ ਰਾਜਨੀਤਿਕ ਅਤੇ ਧਾਰਮਿਕ ਪਖੰਡਾਂ ਦੇ ਇਲਾਵਾ ਹੋਰ ਕੁਝ ਨਹੀਂ ਹੁੰਦੇ, ਪਰੰਤੂ ਭੋਲੇ ਭਾਲੇ ਸਧਾਰਨ ਲੋਕ ਅਸਲ ਵਿੱਚ ਇਹਨਾਂ ਪਖੰਡੀ ਛੜਯੰਤਰਾਂ ਦੇ ਸ਼ਿਕਾਰ ਹੋ ਕੇ ਇਹ ਮੰਨਣ ਲੱਗ ਜਾਂਦੇ ਹਨ ਕਿ ਮਹਾਨਤਾ ਇੱਕ ਅਜਿਹਾ ਪ੍ਰਸ਼ਾਦ ਹੈ ਜੋ ਭਗਵਾਨ ਦੀ ਕਿਰਪਾ ਨਾਲ ਕਿਸੇ ਨੂੰ ਹੀ ਪ੍ਰਾਪਤ ਹੁੰਦਾ ਹੈ। ਹਰ ਕਿਸੇ ਦੇ ਵੱਸ ਵਿੱਚ ਨਹੀਂ ਹੁੰਦਾ ਕਿ ਉਹ ਮਹਾਨ ਬਣ ਸਕੇ। ਸੋ ਦੈਵੀ ਚਮਤਕਾਰਾਂ ਦੀ ਕੋਟੀ ਦੀ ਇਸ ਪ੍ਰਚਾਰਿਤ ਮਹਾਨਤਾ ਦੀ ਗੱਲ ਨੂੰ ਆਪਣੇ ਜੀਵਨ ਦੇ ਮਹਾਨ ਆਦਰਸ਼ਾਂ ਦੇ ਰਾਹ ਵਿੱਚ ਰੋੜਾ ਨਾ ਬਣ ਦਿਓ ਅਤੇ ਬੇਧੜਕ ਹੋ ਕੇ ਕੋਈ ਵੀ ਉੱਚਾ ਲਕਸ਼ ਨਿਰਧਾਰਿਤ ਕਰ ਲਵੋ। ਬਸ ਫਿਰ ਕਰੋ ਇਤਨਾ ਕਿ ਉਦਮ ਦੀ ਮਸ਼ਾਲ ਹੱਥ ਵਿੱਚ ਫੜ ਲਵੋ ਅਤੇ ਅੰਧਕਾਰ ਨੂੰ ਚੀਰਦੇ ਹੋਏ ਆਪਣਾ ਰਸਤਾ ਟਟੋਲਦੇ ਚੱਲੋ। ਕੋਈ ਦੈਵੀ ਸ਼ਕਤੀ ਜਾਂ ਕੋਈ ਨਛੱਤਰ ਕਿਸੇ ਨੂੰ ਰਾਹ ਨਹੀਂ ਦਿਖਾਉਂਦਾ। ਤੁਹਾਨੂੰ ਵੀ ਜੇ ਰਾਹ ਸੁਝਾਏਗੀ ਤਾਂ ਤੁਹਾਡੇ ਹੱਥ ਵਿੱਚ ਫੜੀ ਤੁਹਾਡੀ ਇਹ ਮਸ਼ਾਲ ਹੀ ਚਾਹੇ 4 ਕਦਮ ਅੱਗੇ ਤੱਕ ਦਾ ਰਾਹ ਹੀ ਰੁਸ਼ਨਾ ਸਕੇ, ਪਰੰਤੂ ਉਹ 4 ਕਦਮ ਚੱਲ ਚੁੱਕਣ 'ਤੇ ਅਗਲੇ 4 ਕਦਮ ਦਾ ਫਾਸਲਾ ਪ੍ਰਕਾਸ਼ਮਾਨ ਹੋ ਜਾਵੇਗਾ। ਇਸੇ ਪ੍ਰਕਾਰ ਤੁਸੀਂ ਆਪਣੇ ਰਾਹ ਦੇ ਹਨੇਰੇ ਨੂੰ ਚੀਰਦੇ ਚੱਲ ਸਕਦੇ ਹੋ, ਲੇਕਿਨ ਜੇ ਇਸ ਇੰਤਜ਼ਾਰ ਵਿੱਚ ਰਹੋਗੇ ਕਿ ਕੋਈ ਚਮਤਕਾਰ ਹੋਣ ਵਾਲਾ ਹੈ ਅਤੇ ਬਿਨਾਂ ਚੱਲੇ ਹੀ ਮੰਜ਼ਿਲ ਤੱਕ ਪਹੁੰਚ ਜਾਵੋਗੇ ਜਾਂ ਮੰਜ਼ਿਲ ਆਪਣੇ ਆਪ ਹੀ ਤੁਹਾਡੇ ਕੋਲ ਪਹੁੰਚ ਜਾਵੇਗੀ, ਤਾਂ ਇਹ ਸਭ ਭਰਮ ਜਾਲ ਹੈ ਅਤੇ ਇਸ ਜਾਲ ਵਿੱਚ ਉਲਝੇ ਰਹਿਣ ਨਾਲ ਤੁਸੀਂ ਕਦੇ ਵੀ ਕੁਝ ਨਹੀਂ ਪਾ ਸਕੋਗੇ ਸਿਵਾਏ ਕੁੰਠਾ ਅਤੇ ਨਿਰਾਸ਼ਾ ਦੇ। ਜਦੋਂ ਅਸੀਂ ਇੱਕ ਵਾਰ ਨਿਸ਼ਚੈ ਕਰ ਲਿਆ ਕਿ ਫਲਾਣੇ ਲਕਸ਼ ਤੱਕ ਪਹੁੰਚਣਾ ਹੈ ਅਤੇ ਫਿਰ ਇਹ ਵਿਸ਼ਵਾਸ ਹੋ ਗਿਆ ਕਿ ਅਸੀਂ ਠੀਕ ਰਾਹ 'ਤੇ ਚੱਲ ਰਹੇ ਹਾਂ, ਤਾਂ ਫਿਰ ਕੋਈ ਚਿੰਤਾ ਦੀ ਗੱਲ ਨਹੀਂ ਰਹਿ ਜਾਂਦੀ। ਅਜਿਹੀ ਸਥਿਤੀ ਵਿੱਚ ਜ਼ਿਆਦਾ ਲੰਮੀ ਅਤੇ ਬਹੁਤ ਅੱਗੇ ਦੀ ਸੋਚ ਕੇ ਚਿੰਤਤ ਹੋਣਾ ਉਲਟਾ ਰੁਕਾਵਟ ਸਿੱਧ ਹੁੰਦਾ ਹੈ। ਕਿਸੇ ਵੀ ਰੁਕਾਵਟ ਦੇ ਸ਼ੱਕ ਜਾਂ ਭਰਮ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਹਰ ਕਦਮ ਇਹੀ ਸੋਚ ਕੇ ਵਧਾਉਂਦੇ ਜਾਓ ਕਿ ਇੱਕ ਵਕਤ ਵਿੱਚ ਤੁਸੀਂ ਇੱਕ ਹੀ ਕਦਮ ਉਠਾ ਸਕਦੇ ਹੋ। ਪੂਰੇ ਜੀਵਨ ਦੀਆਂ ਚਿੰਤਾਵਾਂ ਨੂੰ ਕਿਸੇ ਵੀ ਇੱਕ ਸਮੇਂ ਵਿੱਚ ਸਮੇਟ ਕੇ ਤੁਸੀਂ ਬਿਖਰਨ ਦੇ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ। ਹਰ ਉਹ ਦਿਨ ਜੋ ਸਾਹਮਣੇ ਹੋਵੇ ਉਸ ਨੂੰ ਪੂਰੀ ਤਰ੍ਹਾਂ ਜਿਉਣ ਦਾ ਯਤਨ ਕਰੋ ਅਤੇ ਲੰਮੀ ਸੋਚ ਛੱਡ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਇਸੇ ਇੱਕ ਦਿਨ ਨੂੰ ਸਾਰਥਕ ਬਣਾਉਣ ਵਿੱਚ ਲਗਾ ਦਿਓ। ਇਸੇ ਨੂੰ ਹੀ ਜੀਣ ਦਾ ਸਹੀ ਤਰੀਕਾ ਕਹਿੰਦੇ ਹਨ। ਇਹੀ ਵਿਚਾਰਕ ਢੰਗ ਵੀ ਹੈ। ਇਸੇ ਤਰ੍ਹਾਂ ਨਾਲ ਹੌਲੀ-ਹੌਲੀ ਤੁਸੀਂ ਆਪਣੇ ਲਕਸ਼ ਦੀ ਤਰਫ ਵਧਦੇ ਚਲੇ ਜਾਵੋਗੇ ਅਤੇ ਫਿਰ ਇੱਕ ਦਿਨ ਉਸ ਨੂੰ ਵੀ ਪ੍ਰਾਪਤ ਕਰ ਲਵੋਗੇ। ਨਿਰੰਤਰ ਯਤਨ ਯਾਨੀ ਲਗਾਤਾਰ ਕੋਸ਼ਿਸ਼ ਕਰਨ ਤੋਂ ਵੱਧ ਕੇ ਅੱਗੇ ਵਧਣ ਦਾ ਹੋਰ ਕੋਈ ਤਰੀਕਾ ਨਹੀਂ ਹੈ। ਇਸੇ ਨਾਲ ਮਨ ਨੂੰ ਸ਼ਕਤੀ ਅਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਤੁਸੀਂ ਹਰ ਨਵੇਂ ਦਿਨ ਨਵੀਂ ਫੁਰਤੀ ਦੇ ਨਾਲ ਆਪਣੇ ਕੰਮ ਵਿੱਚ ਜੁਟ ਸਕਦੇ ਹੋ। ਵਿਚਾਰਾਂ ਵਿੱਚ ਇਕਾਗਰਤਾ ਲਿਆਉਣ ਦਾ ਵੀ ਇੱਕਮਾਤਰ ਉਪਾਅ ਇਹੀ ਹੈ। ਬਸ ਇੰਨਾ ਜ਼ਰੂਰ ਹੈ ਕਿ ਤੁਹਾਡੇ ਹਰ ਕੰਮ ਵਿੱਚ ਤੁਹਾਡੇ ਜੀਵਨ ਦੇ ਲਕਸ਼ ਦੀ ਛਾਇਆ ਝਲਕਣੀ ਚਾਹੀਦੀ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਪਣੇ ਗਿਰਦ ਚੀਣ ਦੀ ਦੀਵਾਰ ਚਿਣ ਲੈਂਦੇ ਹਨ। ਇਹ ਸਿਰਫ ਸਾਡੇ ਗਲਤ ਚਿੰਤਨ ਦੇ ਕਾਰਨ ਹੁੰਦਾ ਹੈ, ਸਾਡੇ ਛੋਟੇ ਅਤੇ ਘਟੀਆ ਆਦਰਸ਼ਾਂ ਦੇ ਕਾਰਨ ਹੁੰਦਾ ਹੈ। ਅਤੇ ਦੀਵਾਰ ਵਿੱਚ ਚਿਣੀਆਂ ਹੋਈਆਂ ਇੱਟਾਂ ਦੇ ਨਾਂ ਹਨ ਸ਼ੱਕ, ਦਵੇਸ਼, ਸੜਨ, ਈਰਖਾ ਅਤੇ ਨਿਰਾਸ਼ਾਵਾਦ। ਅਤੇ ਇਹਨਾਂ ਇੱਟਾਂ ਦਾ ਨਿਰਮਾਣ ਹੁੰਦਾ ਹੈ ਚਿੰਤਾ ਰੂਪੀ ਗਾਰੇ ਨਾਲ। ਇਹ ਦੀਵਾਰ ਅਸੀਂ ਇੰਨੀ ਉੱਚੀ ਚਿਣ ਲੈਂਦੇ ਹਾਂ ਕਿ ਸੂਰਜ ਦੀਆਂ ਕਿਰਨਾਂ ਦਾ ਪ੍ਰਕਾਸ਼ ਸਾਡੇ ਤੱਕ ਪਹੁੰਚਣਾ ਬੰਦ ਹੋ ਜਾਂਦਾ ਹੈ ਅਤੇ ਅਸੀਂ ਇੱਕਦਮ ਅੰਧਕਾਰ ਵਿੱਚ ਘਿਰ ਕੇ ਰਹਿਣ ਲੱਗਦੇ ਹਾਂ। ਆਦਰਸ਼ ਜਾਂ ਲਕਸ਼ ਬਣਾ ਕੇ ਚੱਲਣ ਨਾਲ ਤੁਹਾਡੇ ਚਰਿੱਤਰ ਦਾ ਵਿਕਾਸ ਹੁੰਦਾ ਹੈ ਅਤੇ ਜੀਵਨ ਦਾ ਸਰੂਪ ਨਿਖਰਦਾ ਹੈ। ਇਸ ਨਾਲ ਇੱਛਾਵਾਂ ਉੱਭਰਦੀਆਂ ਹਨ, ਕਰਮਾਂ ਵਿੱਚ ਰੰਗ ਭਰਦੇ ਹਨ ਅਤੇ ਨੀਤੀ ਨਿਸ਼ਚਿਤ ਹੋ ਜਾਂਦੀ ਹੈ। ਮਨੁੱਖ ਦਾ ਪੂਰਾ ਜੀਵਨ ਉਸੇ ਆਦਰਸ਼ ਦੀ ਤਰਫ ਲੱਗ ਜਾਂਦਾ ਹੈ। ਇਸ ਲਈ ਇਹ ਪ੍ਰਗਟ ਹੈ ਕਿ ਜੇ ਆਦਰਸ਼ ਨੀਵਾਂ ਹੋਵੇਗਾ ਤਾਂ ਜੀਵਨ ਦਾ ਵਹਾਓ ਨਿਵਾਣ ਦੀ ਤਰਫ ਹੋਵੇਗਾ ਅਤੇ ਜੇ ਉੱਚਾ ਆਦਰਸ਼ ਲੈ ਕੇ ਚੱਲੋਗੇ ਤਾਂ ਜੀਵਨ ਦੀ ਧਾਰਾ ਨੂੰ ਚਾਹੇ ਜਿੰਨੀਆਂ ਉਚਾਈਆਂ ਤੱਕ ਖਿੱਚ ਕੇ ਲਿਜਾ ਸਕਦੇ ਹੋ।
ਸਿੱਖਿਆ ਦਾ ਸਭ ਤੋਂ ਵੱਡਾ ਉਦੇਸ਼ ਇਹ ਹੁੰਦਾ ਹੈ ਕਿ ਮਨੁੱਖ ਆਪਣੇ ਜੰਗਲੀ ਸੁਭਾਅ ਨੂੰ ਬਦਲ ਕੇ ਸੱਭਿਆ ਸੰਸਕ੍ਰਿਤ ਬਣਾ ਸਕੇ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਜੀਵਨ ਦੇ ਆਰੰਭ ਵਿੱਚ ਹੀ ਆਦਰਸ਼ ਨਿਸ਼ਚਿਤ ਕਰ ਲਿਆ ਜਾਵੇ। ਉਚਿਤ ਢੰਗ ਨਾਲ ਸਿੱਖਿਆ ਪ੍ਰਾਪਤ ਨੌਜਵਾਨ ਜਾਂ ਮੁਟਿਆਰ ਦੇ ਹਰ ਇੱਕ ਕੰਮ ਵਿੱਚ ਆਪਣੇ ਉੱਚੇ ਆਦਰਸ਼ਾਂ ਦੀ ਝਲਕ ਆਵੇਗੀ। ਉਸ ਵਿੱਚ ਇਸ ਗੱਲ ਦੀ ਸਮਝ ਪੈਦਾ ਹੋ ਜਾਵੇਗੀ ਕਿ ਦੂਸਰੇ ਲੋਕ ਸਿਰਫ ਮੇਰੇ ਲਾਭ ਦੇ ਲਈ ਹੀ ਹਨ, ਬਲਕਿ ਆਪਸੀ ਸਹਿਯੋਗ, ਸਹਾਇਤਾ ਅਤੇ ਹਮਦਰਦੀ ਦੇ ਆਧਾਰ 'ਤੇ ਹੀ ਇਹ ਸੰਸਾਰ ਚੱਲ ਸਕਦਾ ਹੈ। ਜਿਸ ਸੋਚ ਦੇ ਦੁਆਰਾ ਐਸੀਆਂ ਭਾਵਨਾਵਾਂ ਪੈਦਾ ਨਹੀਂ ਹੁੰਦੀਆਂ ਅਤੇ ਜੀਵਨ ਵਿੱਚ ਮਿਠਾਸ ਨਹੀਂ ਆਉਂਦੀ, ਉਹ ਜੀਵਨ ਬੇਕਾਰ ਹੈ। ਖਾਣਾ ਪੀਣਾ ਅਤੇ ਮੌਜ ਉਡਾਉਣਾ ਹੀ ਮਨੁੱਖੀ ਜੀਵਨ ਦਾ ਮਤਲਬ ਨਹੀਂ ਹੁੰਦਾ। ਮਨੁੱਖ ਬਾਕੀ ਪ੍ਰਾਣੀਆਂ ਨਾਲੋਂ ਇਸ ਲਈ ਅਲੱਗ ਹੈ ਕਿਉਂਕਿ ਉਹ ਸਿਰਫ ਖਾ ਪੀ ਕੇ ਹੀ ਜੀਵਤ ਨਹੀਂ ਰਹਿ ਸਕਦਾ। ਉਸ ਨੂੰ ਜੀਵਤ ਰਹਿਣ ਦੇ ਲਈ ਉਜਲੇ ਚਰਿੱਤਰ ਰੂਪੀ ਭੋਜਨ ਦੀ ਜ਼ਰੂਰਤ ਹੁੰਦੀ ਹੈ, ਆਤਮਾ ਦੇ ਭੋਜਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਹਰਦਮ ਆਤਮ ਵਿਕਾਸ ਕਰਦੇ ਰਹਿਣਾ ਜ਼ਰੂਰੀ ਹੁੰਦਾ ਹੈ। ਆਤਮ ਵਿਕਾਸ ਇੱਕ ਐਸੀ ਪੂੰਜੀ ਹੈ ਜੋ ਕਦੇ ਨਸ਼ਟ ਨਹੀਂ ਹੋ ਸਕਦੀ, ਜਿਸ ਨੂੰ ਨਾ ਤਾਂ ਕੋਈ ਚੋਰ ਚੁਰਾ ਸਕਦਾ ਹੈ, ਨਾ ਪਾਣੀ ਗਲਾ ਸਕਦਾ ਹੈ, ਨਾ ਅੱਗ ਜਲਾ ਸਕਦੀ ਹੈ। ਇਹ ਤਾਂ ਇੱਕ ਐਸੇ ਖਰੇ ਸੋਨੇ ਦੀ ਤਰ੍ਹਾਂ ਹੈ ਜਿਸ ਨੂੰ ਕਿਸੇ ਘੋਲ ਵਿੱਚ ਘੋਲਿਆ ਨਹੀਂ ਜਾ ਸਕਦਾ। ਸੋ ਦੋਸਤੋ, ਇਸ ਦੇ ਨਾਲ ਆਪਣਾ ਇਹ ਲੇਖ ਖਤਮ ਹੁੰਦਾ ਹੈ। ਪਰ ਇਸ ਦੇ ਲੇਖ ਵਿੱਚ ਆਪਾਂ ਜਿਵੇਂ ਸਮਝਿਆ ਕਿ ਕੋਈ ਵੀ ਦੈਵੀ ਸ਼ਕਤੀ ਜਾਂ ਕੋਈ ਨਛੱਤਰ ਇਨਸਾਨ ਨੂੰ ਰਾਹ ਨਹੀਂ ਦਿਖਾਉਂਦਾ। ਇਨਸਾਨ ਨੂੰ ਆਪਣੇ ਉਦਮ, ਆਪਣੀ ਮਿਹਨਤ ਨਾਲ ਹੀ ਸਭ ਕੁਝ ਪ੍ਰਾਪਤ ਕਰਨਾ ਪੈਣਾ ਹੈ। ਤੇ ਉਹ ਕਿਵੇਂ ਪ੍ਰਾਪਤ ਕਰਨਾ ਹੈ, ਇਹ ਆਪਾਂ ਇਸ ਕਿਤਾਬ ਰਾਹੀਂ ਜਾਣਿਆ ਹੈ। ਸੋ ਇਸ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹ ਵੀ ਇਹਨਾਂ ਗੱਲਾਂ ਨੂੰ ਜਾਣ ਸਕਣ, ਇਸ ਉੱਤੇ ਗੌਰ ਕਰ ਸਕਣ। ਤੇ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।